ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਬੈਕ ਟੂ ਮਾਈ ਚੈਨਲ ਸਟੱਡੀ ਵਿਦ ਕੀਟੋ। ਨੈਕਸਟ ਅੱਜ ਆਪਾਂ ਕਰਾਂਗੇ ਪ੍ਰੀਐਂਬਲ। ਆਪਣੇ ਕੋਲ 13 ਦਸੰਬਰ 1946 ਵਿੱਚ ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰ ਆਬਜੈਕਟਿਵ ਰੈਜ਼ੋਲੂਸ਼ਨ ਲੈ ਕੇ ਆਏ। ਦੈਨ ਫਿਰ ਆਪਣੇ ਕੋਲ 22 ਜਨਵਰੀ 1947 ਨੂੰ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਜਿਹੜਾ ਆਪਾਂ ਪ੍ਰੀਐਂਬਲ ਅਡੋਪਟ ਕਰ ਲਿਆ ਸੀ। ਮਤਲਬ ਕਿ ਜੋ ਆਪਾਂ 13 ਦਸੰਬਰ 1946 ਵਿੱਚ ਜਿਹੜਾ ਆਇਆ ਸੀ ਜਵਾਹਰ ਲਾਲ ਨਹਿਰੂ ਦੁਆਰਾ, ਉਹ ਆਬਜੈਕਟਿਵ ਰੈਜ਼ੋਲੂਸ਼ਨ ਸੀ। ਦੈਨ ਉਸ ਤੋਂ ਬਾਅਦ ਜੋ ਆਪਣੇ ਕੋਲ 22 ਜਨਵਰੀ 1947 ਵਿੱਚ ਜੋ ਹੈਗਾ ਸੀ ਆਪਣਾ, ਉਹਨੂੰ ਆਪਾਂ ਅਡੋਪਟ ਕੀਤਾ ਇੱਕ ਪ੍ਰੀਐਂਬਲ ਦੇ ਤੌਰ 'ਤੇ। ਠੀਕ ਹੈ। ਨੈਕਸਟ ਆਪਾਂ ਫਿਰ ਕੀਤਾ। ਨੈਕਸਟ ਆਪਣੇ ਕੋਲ ਕੇਸ ਆਉਂਦਾ ਹੈ ਇੱਕ ਕਿ ਆਪਣੇ ਕੋਲ ਪ੍ਰੀਐਂਬਲ ਹੈ ਜਿਹੜਾ ਇੰਟੀਗਰਲ ਪਾਰਟ ਹੈ ਕੰਸਟੀਟਿਊਸ਼ਨ ਅਸੈਂਬਲੀ ਦਾ ਜਾਂ ਫਿਰ ਨਹੀਂ। ਆਪਣੇ ਕੋਲ ਇਹ ਕੁਐਸਚਨ ਰੇਜ਼ ਹੋਇਆ ਸੀ 1960 ਵਿੱਚ। ਆਪਣੇ ਕੋਲ ਬੀਰੂਬਾਰੀ ਕੇਸ ਆਇਆ ਜਿਹਦੇ ਵਿੱਚ ਸੀ ਜਿਹੜਾ ਪ੍ਰੀਐਂਬਲ ਹੈ ਉਹ ਇੰਟੀਗਰਲ ਪਾਰਟ ਨਹੀਂ ਹੋਏਗਾ ਕੰਸਟੀਟਿਊਸ਼ਨ ਦਾ। ਸੋ ਜਿਹੜਾ ਆਪਣੇ ਕੋਲ ਪ੍ਰੀਐਂਬਲ ਹੈ ਉਹ ਇੰਟੀਗਰਲ ਪਾਰਟ ਨਹੀਂ ਗਾ। ਸੋ ਕੋਈ ਵੀ ਆਪਣੇ ਕੋਲ ਅਮੈਂਡਮੈਂਟ ਨਹੀਂ ਹੋਏਗੀ ਇਸ ਵਿੱਚ। ਦੈਨ ਆਪਣੇ ਕੋਲ 1973 ਵਿੱਚ ਆਪਣੇ ਕੋਲ ਇੱਕ ਹੋਰ ਕੇਸ ਆਉਂਦਾ ਹੈ ਕੇਸ਼ਵਾਨੰਦ ਭਾਰਤੀ ਕੇਸ। ਕਿਹੜਾ ਕੇਸ ਆਉਂਦਾ ਹੈ? ਕੇਸ਼ਵਾਨੰਦ ਭਾਰਤੀ ਕੇਸ। ਕੇਰਲ ਤੋਂ ਹੁੰਦੇ ਨੇ ਇਹ ਕੇਸ਼ਵਾਨੰਦ। ਦੈਨ ਕੇਸ਼ਵਾਨੰਦ ਨੇ ਇੱਕ ਚੀਜ਼ ਬੋਲੀ ਸੀ ਜੋ ਹੁੰਦੀ ਹੈ ਆਪਣੀ ਬੇਸਿਕ ਸਟਰਕਚਰ ਦਾ ਨਾਮ ਲਿਆ। ਅਤੇ ਆਪਣੇ ਕੋਲ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਪ੍ਰੀਐਂਬਲ ਹੈ ਆਪਣੇ ਪਾਰਟ ਹੋਏਗਾ ਕੰਸਟੀਟਿਊਸ਼ਨ ਦਾ, ਇੰਟੀਗਰਲ ਪਾਰਟ ਹੋਏਗਾ ਕੰਸਟੀਟਿਊਸ਼ਨ ਦਾ। ਦੈਨ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੀ ਆਪਣੀ ਅਮੈਂਡਮੈਂਟ ਹੋਏਗੀ ਇਹਦੇ ਵਿੱਚ ਆਪਣੇ ਕੋਲ ਅਮੈਂਡਮੈਂਟ ਹੋਏਗੀ, ਬਟ ਬੇਸਿਕ ਸਟਰਕਚਰ ਹੈ ਜੋ ਆਪਣੇ ਕੰਸਟੀਟਿਊਸ਼ਨ ਦੀ ਉਹ ਇਫੈਕਟ ਨਹੀਂ ਹੋਣੀ ਚਾਹੀਦੀ। ਨੈਕਸਟ ਆਪਣੇ ਕੋਲ ਆਉਂਦੀ ਹੈ 42 ਅਮੈਂਡਮੈਂਟ 1976। 42 ਅਮੈਂਡਮੈਂਟ ਹੁੰਦੀ ਹੈ 1976 ਵਿੱਚ। ਆਪਣੇ ਕੋਲ ਉਸ ਟਾਈਮ ਪ੍ਰਾਈਮ ਮਿਨਿਸਟਰ ਕੌਣ ਸਨ? ਇੰਦਰਾ ਗਾਂਧੀ ਆਪਣੇ ਕੋਲ ਉਸ ਟਾਈਮ ਪ੍ਰਾਈਮ ਮਿਨਿਸਟਰ ਸਨ। 42 ਅਮੈਂਡਮੈਂਟ 1976, ਇਸ ਨੂੰ ਆਪਾਂ ਮਿਨੀ ਕੌਨਸਟੀਟਿਊਸ਼ਨ ਵੀ ਕਹਿੰਦੇ ਹਾਂ। ਠੀਕ ਹੈ, ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਮਿਨੀ ਕੌਨਸਟੀਟਿਊਸ਼ਨ। ਇਸ ਵਿੱਚ ਆਪਣੇ ਕੋਲ 3 ਸ਼ਬਦ ਹੈ ਜਿਹੜੇ ਐਡ ਕੀਤੇ ਗਏ ਸੀ ਉਸ ਸਮੇਂ ਪ੍ਰੀਐਂਬਲ ਵਿੱਚ। ਕਿਹੜੇ ਸੀ? ਆਪਣੇ ਕੋਲ ਸਿਸ ਯਾਨੀ ਕਿ ਸੈਕੂਲਰ, ਇੰਟੀਗ੍ਰਿਟੀ ਐਂਡ ਸੋਸ਼ਲਿਸਟ। ਦੈਨ ਆਪਣੇ ਕੋਲ ਕੀ ਹੈ? ਪ੍ਰੀਐਂਬਲ ਆਪਣੇ ਕੋਲ ID ਕਾਰਡ ਹੈ। NA ਪਾਲਕੇਵਾਲਾ ਨੇ ਕਿਹਾ ਸੀਗਾ ਜਿਹੜਾ ਪ੍ਰੀਐਂਬਲ ਹੈ ਆਪਣੇ ਕੋਲ ID ਕਾਰਡ ਹੈ। ਜਿਹੜਾ ਜੋ ਪ੍ਰੀਐਂਬਲ ਉਹ ਆਪਣੇ ਕੋਲ ਸੋਲ ਹੋਏਗੀ ਠਾਕੁਰ ਦਾਸ ਭਾਰਗਵ ਜੀ ਨੇ ਕਿਹਾ ਸੀ ਇਹ। ਦੈਨ ਹੋਰੋਸਕੋਪ ਕਿਹਾ ਸੀਗਾ KM ਮੁਨਸ਼ੀ ਨੇ। ਦੈਨ ਆਪਣੇ ਕੋਲ ਵੀ ਦਾ ਪੀਪਲ ਆਫ ਇੰਡੀਆ ਹੈਵਿੰਗ ਸੈਲੋਮਨਲੀ ਰਿਜ਼ੋਲਵ ਟੂ ਕੰਸਟੀਟਿਊਸ਼ਨ ਇੰਡੀਆ। ਜੋ ਆਪਣੇ ਕੋਲ ਇਸ ਵਿੱਚ 5 ਆਉਂਦੇ ਨੇ ਸੀਰੀਜ਼, ਜਿਵੇਂ ਕਿ ਸੈਵਰਜਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਐਂਡ ਰਿਪਬਲਿਕ। ਇਹ ਤੁਸੀਂ ਲਰਨ ਰੱਖਣਾ ਬਿਕੋਜ਼ ਕਦੀ ਵਾਰ ਆਪਣੇ ਕੋਲ ਐਗਜ਼ਾਮ ਵਿੱਚ ਇਹ ਆਪਣੇ ਕੋਲ ਸੀਰੀਜ਼ ਪੁੱਛ ਲੈਂਦੇ ਨੇ। ਸੋ ਆਪਾਂ ਸੀਰੀਜ਼ ਵਾਈਜ਼ ਲਰਨ ਕਰਨੀ ਹੈ ਸੈਵਰਜਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਐਂਡ ਰਿਪਬਲਿਕ। ਨੈਕਸਟ ਆਪਣੇ ਕੋਲ ਆਉਂਦਾ ਹੈ ਜਿਹੜਾ ਕੋਲੀਜੀਅਨ ਸਿਸਟਮ ਆਪਣੇ ਕੋਲ ਸਟਾਰਟ ਹੁੰਦਾ 1993 ਵਿੱਚ। ਸਵਰਜਨ ਮਤਲਬ ਆਪਣੇ ਕੋਲ ਨਾ ਨੋ ਵਨ ਰੂਲ ਓਵਰ ਇੰਡੀਆ, ਮਤਲਬ ਇੰਡੀਆ ਦੇ ਉੱਪਰ ਕੋਈ ਵੀ ਰੂਲ ਨਹੀਂ ਕਰੇਗਾ। ਸੋਸ਼ਲਿਸਟ ਨੋ ਡਿਸਕ੍ਰਿਮੀਨੇਸ਼ਨ। ਸੈਕੂਲਰ ਸਟੇਟ ਦੀ ਕੋਈ ਵੀ ਰਿਲੀਜਨ ਨਹੀਂ ਹੈ। ਡੈਮੋਕ੍ਰੇਟਿਕ ਮੀਨਸ ਵਨ ਮੈਨ ਵਨ ਵੋਟ, ਇੱਕ ਆਦਮੀ ਦੀ ਇੱਕ ਹੀ ਵੋਟ ਹੋਏਗੀ। ਗਵਰਨਮੈਂਟ ਬਾਈ ਪੀਪਲ ਹੋਏਗੀ। ਜੋ ਗਵਰਨਮੈਂਟ ਹੋਏਗੀ, ਜੋ ਸਰਕਾਰ ਹੋਏਗੀ ਉਹ ਪੀਪਲ ਦੁਆਰਾ ਹੋਏਗੀ। ਰਿਪਬਲਿਕ ਮੀਨਸ ਇਲੈਕਟਡ ਹੈੱਡ ਹੋਏਗਾ ਆਪਣਾ। ਦੈਨ ਜਸਟਿਸ ਸ਼ਬਦ ਆਪਾਂ ਲਿਆ 1917 ਵਿੱਚ ਰਸ਼ੀਅਨ ਰੈਵੋਲਿਊਸ਼ਨ ਤੋਂ। ਇਕੋਨਮਿਕ, ਸੋਸ਼ਲ, ਪੋਲੀਟੀਕਲ, ਇਹ ਆਪਣੇ ਕੋਲ 3 ਟਾਈਪ ਜਸਟਿਸ ਹੁੰਦੀ ਹੈ। ਦੈਨ ਆਪਣੇ ਕੋਲ ਹੁੰਦਾ ਦੈਨ ਆਪਣੇ ਕੋਲ 1789 ਵਿੱਚ ਆਪਣੇ ਕੋਲ ਫਰੈਂਚ ਰੈਵੋਲਿਊਸ਼ਨ ਆਉਂਦਾ ਹੈ। ਫਰੈਂਚ ਰੈਵੋਲਿਊਸ਼ਨ 'ਚ ਆਪਾਂ 3 ਵਰਡ ਯੂਜ਼ ਕਰਦੇ ਹਾਂ। ਫੈਲ ਮਤਲਬ ਫੈਟਰਨਿਟੀ, ਐਕੁਇਲਿਟੀ ਐਂਡ ਲਿਬਰਟੀ। ਇਹ 3 ਵਰਡ ਆਪਣੇ ਕੋਲ ਫਰੈਂਚ ਰੈਵੋਲਿਊਸ਼ਨ ਵਿੱਚ ਆਉਂਦੇ ਨੇ। ਇੰਪੋਰਟੈਂਟ ਆ, ਲਰਨ ਰੱਖਣਾ ਇਸ ਚੀਜ਼ ਨੂੰ। ਨੈਕਸਟ ਆਪਣੇ ਕੋਲ ਹੈ ਸਕੈਡਿਊਲ ਆਪਣੇ ਕੋਲ 12 ਨੇ। ਫਸਟ ਆਪਣੇ ਕੋਲ ਲਿਸਟ ਆਫ ਸਟੇਟ ਐਂਡ ਯੂਨੀਅਨ ਟੈਰੀਟਰੀਜ਼। ਸੈਕਿੰਡ ਸੈਲਰੀ ਐਂਡ ਅਲਾਉੈਂਸ। ਥਰਡ ਓਥ ਐਂਡ ਫੋਰਥ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਸੈਕਿੰਡ ਆਪਣੇ ਕੋਲ ਮਤਲਬ ਸਕੈਡਿਊਲ ਵਿੱਚ ਆਪਣੇ ਕੋਲ ਕੀ ਹੈ? ਸੈਲਰੀਜ਼ ਹੁੰਦੀਆਂ ਨੇ। ਸੈਂਟਰਲ ਗਵਰਨਮੈਂਟ ਵਿੱਚ ਆਪਣੇ ਕੋਲ ਕਿੰਨੀਆਂ ਸੈਲਰੀਜ਼ ਹੁੰਦੀਆਂ ਨੇ ਸੈਕਿੰਡ ਸਕੈਡਿਊਲ ਦੇ ਵਿੱਚ? ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਾਊਂਸਲ ਆਫ ਮਿਨਿਸਟਰ, ਕੈਗ, ਲੋਕ ਸਭਾ ਦੇ ਸਪੀਕਰ ਐਂਡ ਡਿਪਟੀ ਸਪੀਕਰ ਦੀ
ਰਾਜ ਸਭਾ ਦੇ ਚੇਅਰਮੈਨ ਐਂਡ ਡਿਪਟੀ ਚੇਅਰਮੈਨ ਦੀ। ਦੈਨ ਸੁਪਰੀਮ ਕੋਰਟ ਦੇ ਜੱਜਿਸ ਦੀ। ਦੈਨ ਸਟੇਟ ਆਫ ਗਵਰਨਮੈਂਟ ਵਿੱਚ ਕੀ ਹੁੰਦਾ, ਗਵਰਨਰ ਦੀ ਹੁੰਦੀ ਹੈ। ਚੀਫ ਮਿਨਿਸਟਰ, ਕਾਊਂਸਲ ਆਫ ਮਿਨਿਸਟਰ ਆਪਣੇ ਕੋਲ ਕੈਗ ਨਹੀਂ ਹੁੰਦਾ ਸਟੇਟ ਵਿੱਚ। ਲੈਜਿਸਲੇਟਿਵ ਅਸੈਂਬਲੀ ਦੇ ਸਪੀਕਰ ਐਂਡ ਡਿਪਟੀ ਸਪੀਕਰ ਦੀ। ਦੈਨ ਆਪਣੇ ਕੋਲ ਲੈਜਿਸਲੇਟਿਵ ਕਾਊਂਸਲ ਦੇ ਚੇਅਰਮੈਨ ਐਂਡ ਡਿਪਟੀ ਚੇਅਰਮੈਨ ਦੀ। ਦੈਨ ਹਾਈ ਕੋਰਟ ਦੇ ਜੱਜਿਸ ਦੀ। ਨੈਕਸਟ ਆਉਂਦਾ ਆਪਣੇ ਕੋਲ ਥਰਡ ਸਕੈਡਿਊਲ ਓਥ। ਓਥ ਆਪਣੇ ਕੋਲ ਕੀ ਹੁੰਦੀ ਹੈ, ਸੈਂਟਰਲ ਗਵਰਨਮੈਂਟ ਵਿੱਚ ਆਪਣੇ ਕੋਲ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੀਡੈਂਟ ਦੀ, ਪ੍ਰਾਈਮ ਮਿਨਿਸਟਰ ਦੀ, ਕਾਊਂਸਲ ਆਫ ਮਿਨਿਸਟਰ ਕੈਗ ਦੀ, ਐਂਡ ਲੋਕ ਸਭਾ ਐਂਡ ਰਾਜ ਸਭਾ ਦੇ 올 ਮੈਂਬਰਸ ਦੀ, ਸੁਪਰੀਮ ਕੋਰਟ ਦੇ ਜੱਜਿਸ ਦੀ। ਔਰ ਉਸ ਤੋਂ ਬਾਅਦ ਆਪਣੇ ਕੋਲ ਹੁੰਦੀ ਹੈ ਸਟੇਟ ਗਵਰਨਮੈਂਟ ਵਿੱਚ ਗਵਰਨਰ ਦੀ ਓਥ ਨਹੀਂ ਹੁੰਦੀ। ਚੀਫ ਮਿਨਿਸਟਰ ਦੀ, ਕਾਊਂਸਲ ਆਫ ਮਿਨਿਸਟਰ ਕੈਗ ਹੁੰਦਾ ਨਹੀਂ ਆਪਣੇ ਕੋਲ ਸਟੇਟ ਵਿੱਚ। ਦੈਨ ਆਪਣੇ ਕੋਲ ਲੈਜਿਸਲੇਟਿਵ ਅਸੈਂਬਲੀ ਦੇ 올 ਮੈਂਬਰ ਐਂਡ ਲੈਜਿਸਲੇਟਿਵ ਕਾਊਂਸਲ ਦੇ 올 ਮੈਂਬਰਸ ਦੀ, ਐਂਡ ਹਾਈ ਕੋਰਟ ਦੇ ਜੱਜਿਸ ਦੀ। ਫੋਰਥ ਸਕੈਡਿਊਲ ਕੀ ਹੈ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਆਪਣੇ ਕੋਲ ਜੋ ਰਾਜ ਸਭਾ ਦੀਆਂ ਸੀਟਸ ਹੁੰਦੀਆਂ ਨੇ ਉਹ ਕਿਵੇਂ ਅਲੋਟ ਹੁੰਦੀਆਂ ਨੇ, ਜਿੰਨੀ ਪਾਪੂਲੇਸ਼ਨ ਹੋਏਗੀ ਸਟੇਟ ਦੀ ਓਨੀਆਂ ਉਸ ਦੇ ਅਕੋਰਡਿੰਗ ਆਪਣੇ ਕੋਲ ਸੀਟਸ ਹੁੰਦੀਆਂ ਨੇ ਰਾਜ ਸਭਾ ਦੇ ਵਿੱਚ। ਦੈਨ ਫਿਫਥ ਸਕੈਡਿਊਲ ਵਿੱਚ ਐਡਮਿਨਿਸਟ੍ਰੇਸ਼ਨ ਆਫ ਸਕੈਡਿਊਲ ਏਰੀਆ ਐਂਡ ਸਕੈਡਿਊਲ ਟਰਾਈਬ, ਮਤਲਬ ਪਿਛੜੇ ਸ਼ਹਿਰੀ ਜਾਂ ਜਨਜਾਤੀ ਨੂੰ ਅੱਗੇ ਲੈ ਕੇ ਆਉਣ ਲਈ ਆਪਣੇ ਕੋਲ ਫਿਫਥ ਸਕੈਡਿਊਲ ਹੁੰਦਾ। ਕੋਈ ਵੀ ਸਟੇਟ ਹੋ ਸਕਦੀ ਹੈ ਇਸ ਵਿੱਚ। ਨੈਕਸਟ ਹੈ ਸਿਕਸਥ ਸਕੈਡਿਊਲ ਐਡਮਿਨਿਸਟ੍ਰੇਸ਼ਨ ਆਫ ਟਰਾਈਬਲ ਏਰੀਆ ਇਨ। ਜਿਹੜੇ ਟਰਾਈਬਲ ਏਰੀਆਜ਼ ਹੁੰਦੇ ਨੇ ਉਹ ਕਿਹੜੀ ਸਟੇਟ ਦੇ, ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ ਦੇ। ਇਹ 4 ਸਟੇਟ ਦੇ ਆਪਣੇ ਕੋਲ 6 ਸਕੈਡਿਊਲ ਵਿੱਚ ਟਰਾਈਬਲ ਏਰੀਆਜ਼ ਆਉਣਗੇ। ਦੈਨ ਆਪਣੇ ਕੋਲ 7th ਸਕੈਡਿਊਲ ਡਿਸਟਰੀਬਿਊਸ਼ਨ ਹੁੰਦੀ ਹੈ ਪਾਵਰਸ ਦੀਆਂ ਬਿਟਵੀਨ ਸੈਂਟਰ ਐਂਡ ਸਟੇਟ ਦੇ ਵਿੱਚ। ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕਨਕਰੰਟ ਲਿਸਟ। ਦੈਨ ਆਪਣੇ ਕੋਲ ਓਰੀਜਨਲ ਕਿੰਨੀਆਂ ਹੁੰਦੀਆਂ ਨੇ ਲਿਸਟ, ਪਹਿਲਾਂ 97 ਸੀ, 60 ਮਤਲਬ ਯੂਨੀਅਨ ਲਿਸਟ ਵਿੱਚ ਆਪਣੇ ਕੋਲ 97 ਸਨ, ਹੁਣ ਆਪਣੇ ਕੋਲ 100 ਹੋ ਗਈਆਂ। ਸੈਕਿੰਡ ਮਤਲਬ ਸਟੇਟ ਲਿਸਟ ਵਿੱਚ ਪਹਿਲਾਂ 66 ਸੀ, ਹੁਣ 61 ਨੇ, ਰਿਡਿਊਸ ਹੋ ਚੁੱਕੀਆਂ ਨੇ। ਦੈਨ ਥਰਡ ਕਰੰਟ ਲਿਸਟ ਵਿੱਚ ਆਪਣੇ ਕੋਲ 50 ਪਹਿਲਾਂ 47 ਸਨ, ਹੁਣ 52 ਹੋ ਗਈਆਂ। ਨੈਕਸਟ ਆਪਣੇ ਕੋਲ 8th ਸਕੈਡਿਊਲ, ਆਪਣੇ ਕੋਲ ਪਹਿਲਾਂ 14 ਲੈਂਗੁਏਜ ਸੀ, ਦੈਨ ਆਪਣੇ ਕੋਲ 8 ਹੋਰ ਐਡ ਹੋਈਆਂ। ਨਾਓ ਆਪਣੇ ਕੋਲ 22 ਲੈਂਗੁਏਜ ਨੇ। ਇੰਗਲਿਸ਼ ਅਤੇ ਰਾਜਸਥਾਨੀ ਨਹੀਂ ਹਨ। 8 ਲੈਂਗੁਏਜ ਦੀ ਅਮੈਂਡਮੈਂਟ ਈਅਰ ਐਂਡ ਉਹਨਾਂ ਦੀ ਲੈਂਗੁਏਜ ਆਪਾਂ ਨੀਚੇ ਦੇਖਦੇ ਹਾਂ। 21st ਅਮੈਂਡਮੈਂਟ ਵਿੱਚ ਆਪਣੇ ਕੋਲ 21st ਅਮੈਂਡਮੈਂਟ ਹੋਈ ਆਪਣੇ ਕੋਲ 1967 ਵਿੱਚ, ਇਸ ਵਿੱਚ ਆਪਣੇ ਕੋਲ ਸਿੰਧੀ ਆਈ। ਦੈਨ 71st ਅਮੈਂਡਮੈਂਟ ਆਪਣੇ ਕੋਲ 1992 ਵਿੱਚ ਆਈ, ਇਸ ਵਿੱਚ ਆਪਣੇ ਕੋਲ ਆਇਆ ਨਮਕ, ਦੈਟ ਇਜ਼ ਨੇਪਾਲੀ, ਮਨੀਪੁਰੀ ਐਂਡ ਕੋਂਕਣੀ। ਨੈਕਸਟ ਆਪਣੇ ਕੋਲ 92 ਅਮੈਂਡਮੈਂਟ 2003 ਵਿੱਚ ਹੋਈ, ਇਸ ਵਿੱਚ ਆਪਣੇ ਕੋਲ DBMS ਜੋ ਆਪਣੀ ਟ੍ਰਿਕ ਹੈ, DBMS ਟ੍ਰਿਕ ਦੈਟ ਇਜ਼ ਡੀ ਤੋਂ ਡੋਗਰੀ, ਬੀ ਤੋਂ ਬੋਡੋ, ਐਮ ਤੋਂ ਮੈਥਲੀ ਐਂਡ ਐਸ ਤੋਂ ਸੈਂਥਲੀ। ਦੈਨ ਆਪਣੇ ਕੋਲ ਕੀ ਹੈ ਨੈਕਸਟ 9th ਸਕੈਡਿਊਲ। ਫਸਟ ਅਮੈਂਡਮੈਂਟ ਹੋਈ ਸੀ 1951 'ਚ, ਦੈਟ ਇਜ਼ ਲੈਂਡ ਰਿਫੋਰਮ ਸਕੈਡਿਊਲ। 10th ਸਕੈਡਿਊਲ 52 ਅਮੈਂਡਮੈਂਟ ਹੋਈ 1985 'ਚ, ਇਹ ਤੋਂ ਆਪਣੇ ਕੋਲ ਐਂਟੀ ਡਿਫੈਕਸ਼ਨ ਲਾ ਸਕੈਡਿਊਲ। 11th ਸਕੈਡਿਊਲ ਐਂਡ 12th ਸਕੈਡਿਊਲ ਮੋਸਟ ਇੰਪੋਰਟੈਂਟ ਹੈ। 11th ਸਕੈਡਿਊਲ ਹੋਇਆ ਆਪਣੇ ਕੋਲ 73 ਅਮੈਂਡਮੈਂਟ 1992 'ਚ, ਦੈਟ ਇਜ਼ ਪੰਚਾਇਤੀ ਰਾਜ। 12th ਸਕੈਡਿਊਲ 74 ਅਮੈਂਡਮੈਂਟ 1992 ਈਅਰ ਵਿੱਚ ਹੋਈ ਮਿਊਨਸਿਪੈਲਿਟੀ ਰਾਜ। ਠੀਕ ਹੈ, ਆਪਣੇ ਕੋਲ ਨੈਕਸਟ ਆ ਗਏ ਪਾਰਟਸ। ਪਹਿਲਾਂ ਆਪਣੇ ਕੋਲ 22 ਪਾਰਟਸ ਸੀ, ਨਾਓ 3 ਐਡ ਹੋ ਗਏ, 25 ਟੋਟਲ ਹੋ ਗਏ। ਫਸਟ ਕੀ ਹੈ ਆਪਣੇ ਕੋਲ ਯੂਨੀਅਨ ਐਂਡ ਇਟਸ ਟੈਰੀਟਰੀਜ਼ 1 to 4 ਆਰਟੀਕਲਸ ਨੇ। ਆਰਟੀਕਲ 1 ਇੰਡੀਆ ਦੈਟ ਇਜ਼ ਅ ਭਾਰਤ ਇਜ਼ ਅ ਯੂਨੀਅਨ ਆਫ ਸਟੇਟ। ਇੰਡੀਆ ਜੋ ਕਿ ਭਾਰਤ ਹੈ ਇੱਕ ਸਟੇਟ ਹੈ, ਯੂਨੀਅਨ ਆਫ ਸਟੇਟ ਹੈ। ਦੈਟ ਇਜ਼ ਆਰਟੀਕਲ 2 ਐਸਟੈਬਲਿਸ਼ਮੈਂਟ ਹੁੰਦੀ ਹੈ ਨਿਊ ਸਟੇਟ ਦੀ। ਇਹਦੇ ਵਿੱਚ ਆਪਾਂ ਸਿਰਫ ਆਊਟਰ ਬਾਊਂਡਰੀ ਚੇਂਜ ਕਰ ਸਕਦੇ ਹਾਂ, ਨਿਊ ਸਟੇਟ ਬਣਾਉਣ ਲਈ ਆਊਟਰ ਬਾਊਂਡਰੀ ਚੇਂਜ ਕਰਾਂਗੇ। ਦੈਨ ਆਰਟੀਕਲ 3 ਫੋਰਮੇਸ਼ਨ ਜਾਂ ਐਡਮਿਸ਼ਨ ਆਫ ਨਿਊ ਸਟੇਟ, ਇਨਰ ਬਾਊਂਡਰੀ ਨੂੰ ਹੀ ਚੇਂਜ ਕਰਕੇ ਆਪਾਂ ਉਹਦੇ ਵਿੱਚੋਂ ਇੱਕ ਅਲੱਗ ਸਟੇਟ ਕੱਢ ਸਕਦੇ ਹਾਂ। ਦੈਨ ਆਪਣੇ ਕੋਲ ਆਰਟੀਕਲ 4 ਪ੍ਰੋਵੀਜ਼ਨਸ ਰਿਗਾਰਡਿੰਗ ਆਰਟੀਕਲ 2 ਐਂਡ ਆਰਟੀਕਲ 3, ਦੈਟ ਇਜ਼ ਆਰਟੀਕਲ 2 ਹੈ ਜੋ ਆਊਟਰ ਬਾਊਂਡਰੀ ਨਿਊ ਸਟੇਟ ਬਣੇਗੀ, ਪਾਰਲੀਮੈਂਟ ਬਣਾਏਗੀ ਨਿਊ ਸਟੇਟ 'ਤੇ ਅਮੈਂਡਮੈਂਟ ਹੋਏਗੀ।
ਐਂਡ ਆਰਟੀਕਲ 3 ਦੇ ਵਿੱਚ ਕੀ ਸੀ, ਇਨਰ ਬਾਊਂਡਰੀ ਹੈ ਜਿਹੜੀ ਨਿਊ ਸਟੇਟ ਉਹਦੇ 'ਚ ਬਣ ਸਕਦੀ ਹੈ, ਨੇਮ ਚੇਂਜ ਹੋ ਸਕਦਾ ਸਟੇਟ ਦਾ, ਬਟ ਆਪਾਂ ਨੂੰ ਪਰਮਿਸ਼ਨ ਚਾਹੀਦੀ ਹੋਏਗੀ ਪ੍ਰੈਜ਼ੀਡੈਂਟ ਦੀ। ਦੈਨ ਉਹ ਬਿੱਲ ਪਾਸ ਕਰੇਂਗੇ ਸੈਂਟਰ, ਸਟੇਟ ਐਂਡ ਸੈਂਟਰ ਦੋਨੋਂ ਕਰੇਗੀ ਬਿੱਲ ਪਾਸ, ਅਤੇ ਆਪਣੇ ਕੋਲ ਇਸ ਵਿੱਚ ਕੋਈ ਵੀ ਅਮੈਂਡਮੈਂਟ ਨਹੀਂ ਹੋਏਗੀ। ਥੈਂਕਸ ਫॉर ਵਾਚਿੰਗ। ਨੈਕਸਟ ਪਾਰਟ ਆਪਾਂ ਕੱਲ੍ਹ ਦੀ ਵੀਡੀਓ ਵਿੱਚ ਕਵਰ ਕਰਾਂਗੇ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ।